Hello students, today I am going to discuss your chapter Footprints Without Feet written by H.G. Wells. Before proceeding the chapter, let's read about the author. H.G. Wells, Herbert George Wells. He was born on September 21st, 1866 in Bromley, England, UK. He was died on August 13, 1946. In 1895, Wells became an overnight literary sensation with the publication of the novel The Time Machine. 1895 ਦੇ ਵਿੱਚ H.G. ਵੈਲਸ ਫੇਮਸ ਹੋਇਆ। ਕਿਉਂ ਹੋਇਆ? ਕਿਉਂਕਿ ਉਸਨੇ ਇੱਕ ਨਾਵਲ ਲਿਖਿਆ ਸੀ ਦ ਟਾਈਮ ਮਸ਼ੀਨ। The book was about an English scientist who develops a time travel machine. ਇਹ ਜਿਹੜੀ ਬੁੱਕ ਸੀ ਇੱਕ ਇੰਗਲਿਸ਼ ਸਾਇੰਟਿਸਟ ਦੇ ਬਾਰੇ ਸੀ ਜਿਸ ਨੇ ਇੱਕ ਟਾਈਮ ਟਰੈਵਲ ਮਸ਼ੀਨ ਨੂੰ ਡਿਵੈਲਪ ਕੀਤਾ ਸੀ। ਹੀ ਪਬਲਿਸ਼ ਦ ਆਈਲੈਂਡ ਆਫ ਡਾਕਟਰ ਮੋਰਿਊ, ਦ ਇਨਵਿਜ਼ੀਬਲ ਮੈਨ ਐਂਡ ਦ ਵਾਰ ਆਫ ਦ ਵਰਲਡਸ। ਇਹ ਸਾਰੀਆਂ ਉਸਨੇ ਬੁੱਕਸ ਲਿਖੀਆਂ ਸੀਗੀਆਂ। ਦ ਆਈਲੈਂਡ ਆਫ ਡਾਕਟਰ ਮੋਰਿਊ ਟੋਲਡ ਦ ਸਟੋਰੀ ਆਫ ਅ ਮੈਨ ਹੂ ਇਨਕਾਊਂਟਰਸ ਅ ਸਾਇੰਟਿਸਟ ਕੰਡਕਟਿੰਗ ਦ gruesome experiments on animals, creating new species of creatures. ਆਈਲੈਂਡ ਆਫ ਡਾਕਟਰ ਮੋਰਿਊ ਸਟੋਰੀ ਹੈ ਇੱਕ ਮੈਨ ਦੀ ਜਿਹੜਾ ਇਨਕਾਊਂਟਰ ਕਰਦਾ ਇੱਕ ਸਾਇੰਟਿਸਟ ਦਾ ਜਿਹੜਾ ਕਿ ਗ੍ਰਿਊਸਮ ਐਕਸਪੈਰੀਮੈਂਟ ਕੰਡਕਟ ਕਰ ਰਿਹਾ ਹੁੰਦਾ ਐਨੀਮਲਸ ਦੇ ਉੱਪਰ, ਜਿਸ ਨਾਲ ਉਹ ਨਵੇਂ ਕ੍ਰੀਏਚਰਸ ਨੂੰ ਕ੍ਰੀਏਟ ਕਰ ਰਿਹਾ ਸੀਗਾ। ਗ੍ਰਿਊਸਮ ਐਕਸਪੈਰੀਮੈਂਟ ਮੀਨਸ ਨੋਟ ਗੁੱਡ ਐਕਸਪੈਰੀਮੈਂਟਸ, ਵਧੀਆ ਐਕਸਪੈਰੀਮੈਂਟਸ ਨਹੀਂ ਸਨ ਉਹ। ਅੰਡਰਸਟੈਂਡ ਦ ਬੈਕਗਰਾਊਂਡ ਬਿਫੋਰ ਵੀ ਪ੍ਰੋਸੀਡ, ਕੈਨ ਅ ਮੈਨ ਬਿਕਮ ਇਨਵਿਜ਼ੀਬਲ। ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਮਾਈਂਡ ਕੋਈ ਕੁਐਸਚਨ ਆਉਂਦੇ ਨੇ ਕਿ ਕੋਈ ਇਨਸਾਨ ਇਨਵਿਜ਼ੀਬਲ ਹੋ ਸਕਦਾ ਹੈ, ਅਦ੍ਰਿਸ਼ ਹੋ ਸਕਦਾ ਹੈ। ਦਿਸ ਇਜ਼ ਦ ਸਟੋਰੀ ਆਫ ਅ ਸਾਇੰਟਿਸਟ ਹੂ ਡਿਸਕਵਰਸ ਹਾਊ ਟੂ ਮੇਕ ਹਿਮਸੈਲਫ ਇਨਵਿਜ਼ੀਬਲ। ਇਹ ਜਿਹੜੀ ਸਟੋਰੀ ਹੈ ਇੱਕ ਸਾਇੰਟਿਸਟ ਦੇ ਬਾਰੇ ਹੈ ਜਿਹੜਾ ਡਿਸਕਵਰ ਕਰਦਾ ਹੈ ਕਿ ਆਪਣੇ ਆਪ ਨੂੰ ਮੈਂ ਇਨਵਿਜ਼ੀਬਲ ਅਦ੍ਰਿਸ਼ ਕਿਵੇਂ ਕਰ ਸਕਾਂ। ਡਜ਼ ਹੀ ਯੂਜ਼ ਔਰ ਮਿਸਯੂਜ਼ ਹਿਸ ਡਿਸਕਵਰੀ, ਕਿ ਉਹ ਆਪਣੀ ਇਸ ਡਿਸਕਵਰੀ ਦਾ ਯੂਜ਼ ਕਰਦਾ ਜਾਂ ਮਿਸਯੂਜ਼ ਕਰਦਾ। ਡੈਟ ਵੀ ਵਿਲ ਡਿਸਕਸ ਬਰੀਫਲੀ ਇਨ ਦਿਸ ਚੈਪਟਰ। Understand the key points. Griffin, a scientist, discovers a rare drug which can make a person invisible. Griffin ਇੱਕ ਸਾਇੰਟਿਸਟ ਹੈ ਜਿਹੜਾ ਇੱਕ ਰੇਅਰ ਡਰਗ ਨੂੰ ਡਿਸਕਵਰ ਕਰਦਾ ਹੈ, ਇਨਵੈਂਟ ਕਰਦਾ ਹੈ ਕਿ ਜਿਸ ਨਾਲ ਜਿਹੜਾ ਪਰਸਨ ਆ ਉਹ ਇਨਵਿਜ਼ੀਬਲ ਹੋ ਜਾਂਦਾ ਹੈ। ਹਿਸ ਲੈਂਡਲੋਰਡ ਡਿਸਲਾਈਕਸ ਹਿਮ, ਉਸ ਦਾ ਜਿਹੜਾ ਮਕਾਨ ਮਾਲਿਕ ਹੈ ਜਿਸ ਜਗ੍ਹਾ ਉਹ ਰਹਿੰਦਾ ਸੀਗਾ ਉਸਨੂੰ ਪਸੰਦ ਨਹੀਂ ਸੀ ਕਰਦਾ। ਗ੍ਰਿਫਨ ਵਾਂਟਸ ਟੂ ਰਿਵੈਂਜ ਔਨ ਹਿਮ, ਅਤੇ ਗ੍ਰਿਫਨ ਚਾਹੁੰਦਾ ਸੀ ਕਿ ਉਸ ਕੋਲੋਂ ਮੈਂ ਬਦਲਾ ਲਵਾਂ। ਹੀ ਸਵੈਲੋਜ਼ ਦਾ ਡਰਗ ਐਂਡ ਪੁੱਟਸ ਦਾ ਹਾਊਸ ਔਨ ਫਾਇਰ, ਉਹ ਡਰਗ ਨੂੰ ਨਿਕਲ ਲੈਂਦਾ ਹੈ ਅਤੇ ਘਰ ਨੂੰ ਅੱਗ ਲਗਾ ਦਿੰਦਾ ਹੈ। ਹੀ ਪੁੱਟਸ ਆਫ ਦ ਕਲੋਥਸ, ਬਿਕਮਸ ਇਨਵਿਜ਼ੀਬਲ ਐਂਡ ਰਨਸ ਅਵੇ, ਉਹ ਆਪਣੇ ਕੱਪੜੇ ਉਤਾਰ ਦਿੰਦਾ ਹੈ ਜਿਸ ਕਾਰਨ ਉਹ ਇਨਵਿਜ਼ੀਬਲ ਹੋ ਜਾਂਦਾ ਹੈ ਅਤੇ ਉੱਥੋਂ ਦੂਰ ਚਲਾ ਜਾਂਦਾ। ਇਟ ਵਾਜ਼ ਕੋਲਡ ਵੈਦਰ ਐਂਡ ਹੀ ਫੈਲਟ ਦ ਨੀਡ ਆਫ ਕਲੋਥਸ, ਉਹ ਇਹ ਜਿਹੜਾ ਮੌਸਮ ਸੀਗਾ ਸਰਦੀਆਂ ਦਾ ਮੌਸਮ ਸੀਗਾ ਜਿਸ ਕਾਰਨ ਉਸ ਨੂੰ ਕੱਪੜਿਆਂ ਦੀ ਜ਼ਰੂਰਤ ਪੈਂਦੀ ਸੀ। ਹੀ ਸਲੀਪਸ ਇਨਸਾਈਡ ਅ ਕਲੋਥ ਸਟੋਰ, ਹੈਡ ਮੀਲ ਐਂਡ ਸਲੈਪਟ ਐਟ ਨਾਈਟ, ਉਹ ਇੱਕ ਕੱਪੜਿਆਂ ਦੇ ਸਟੋਰ 'ਤੇ ਜਾਂਦਾ ਹੈ, ਉੱਥੇ ਭੋਜਨ ਕਰਦਾ ਅਤੇ ਰਾਤ ਉੱਥੇ ਹੀ ਗੁਜ਼ਾਰਦਾ ਹੈ। ਟੂ ਅਟੈਂਡੈਂਟਸ ਚੇਜ਼ ਹਿਮ ਇਨ ਦੀ ਮੋਰਨਿੰਗ, ਦੋ ਅਟੈਂਡੈਂਟਸ ਜਿਹੜੇ ਕਿ ਉਸ ਸ਼ੋਪ ਦੀ ਕੇਅਰ ਕਰ ਰਹੇ ਹੁੰਦੇ ਨੇ ਉਸ ਨੂੰ ਪਕੜਨ ਦੀ ਕੋਸ਼ਿਸ਼ ਕਰਦੇ ਮੋਰਨਿੰਗ ਦੇ ਵਿੱਚ। ਹੀ ਵਾਜ਼ ਅਗੇਨ ਹੋਮਲੈਸ ਐਂਡ ਕਲੋਥਲੈਸ, ਹੁਣ ਦੁਬਾਰਾ ਉਹ ਘਰ ਤੋਂ ਬਿਨਾਂ ਅਤੇ ਕੱਪੜਿਆਂ ਤੋਂ ਬਿਨਾਂ ਹੋ ਜਾਂਦਾ। ਹੀ ਲੂਟਸ ਅ ਸ਼ੋਪਕੀਪਰ ਆਫ ਦ ਥੈਟਰੀਕਲ ਕੰਪਨੀ ਐਂਡ ਕੈਚਸ ਦ ਟ੍ਰੇਨ ਟੂ ਦ ਆਈਪਿੰਗ ਵਿਲੇਜ ਟੂ ਲਿਵ ਇਨ ਅ ਵਿਲੇਜ, ਹੁਣ ਉਹ ਇੱਕ ਸ਼ੋਪਕੀਪਰ ਨੂੰ ਵੀ ਲੂਟ ਕਰਦਾ ਹੈ, ਚੋਰੀ ਕਰਦਾ ਹੈ, ਰੋਬਰੀ ਕਰਦਾ ਹੈ, ਜਿੱਥੋਂ ਉਹ ਕੁਝ ਪੈਸੇ ਚੁਰਾਉਂਦਾ ਅਤੇ ਟ੍ਰੇਨ ਪਕੜ ਕੇ ਇੱਕ ਆਈਪਿੰਗ ਵਿਲੇਜ ਵਿੱਚ ਚਲਾ ਜਾਂਦਾ ਹੈ ਤਾਂ ਕਿ ਉਹ ਉਸ ਪਿੰਡ ਵਿੱਚ ਜਾ ਕੇ ਰਹਿ ਸਕੇ। ਦ ਮਨੀ ਆਫ ਦ ਲੂਟ ਡਜ਼ਨਟ ਲਾਸਟ ਲੌਂਗ, ਜਿਹੜੀ ਚੋਰੀ ਵਾਲੇ ਪੈਸੇ ਸੀਗੇ ਜ਼ਿਆਦਾ ਦੇਰ ਤੱਕ ਨਹੀਂ ਸਨ ਰਹੇ ਉਸ ਕੋਲ। ਹੀ ਸਟੀਲਸ ਮਨੀ ਫਰੋਮ ਕਲਰਜੀਮੈਨਸ ਡੈਸਕ ਟੂ ਪੇ ਰੈਂਟ, ਫਿਰ ਦੁਬਾਰਾ ਉਹ ਪੈਸੇ ਚੋਰੀ ਕਰਦੇ ਕਲਰਜੀਮੈਨ ਦੇ ਡੈਸਕ ਵਿੱਚੋਂ ਤਾਂ ਕਿ ਉਹ ਜਿਹੜਾ ਰੈਂਟ ਆ ਪੇ ਕਰ ਸਕੇ। ਸਸਪੀਸ਼ਨ ਫਾਲਸ ਔਨ ਦ ਸਾਇੰਟਿਸਟ ਵੈਨ ਹੀ ਪੇਜ਼ ਰੈਂਟ, ਸ਼ੱਕ ਸਾਇੰਟਿਸਟ ਦੇ ਉੱਪਰ ਜਾਂਦਾ ਹੈ ਜਦੋਂ ਉਹ ਰੈਂਟ ਨੂੰ ਪੇ ਕਰਦਾ ਹੈ। ਮਿਸਿਜ਼ ਹੌਲ finds the room of the scientist opened. She wants to look into the room. A hat springs up and hits on her face. ਮਿਸਿਜ਼ ਹੌਲ ਜਿਹੜੀ ਕਿ ਉਸ ਜਗ੍ਹਾ ਦੀ ਮਕਾਨ ਮਾਲਕਨ ਸੀਗੀ ਉਹ ਦੇਖਦੀ ਹੈ ਕਿ ਸਾਇੰਟਿਸਟ ਦਾ ਰੂਮ ਓਪਨਡ ਹੈ
ਉਹ ਉੱਥੇ ਉਸਦੇ ਅੰਦਰ ਦੇਖਣਾ ਚਾਹੁੰਦੀ ਸੀ। ਅ ਹੈਟ ਸਪਰਿੰਗਸ ਅਪ ਐਂਡ ਹਿਟਸ ਔਨ ਹਰ ਫੇਸ, ਇੱਕ ਜਿਹੜੀ ਹੈਟ ਆ ਉੱਪਰ ਉੱਠਦੀ ਹੈ ਅਤੇ ਉਸਦੇ ਫੇਸ ਨੂੰ ਹਿੱਟ ਕਰਦੀ ਹੈ। The chair of the room becomes alive and forces Mr. and Mrs. Hall out of the room. ਇੱਕਦਮ ਸੀ ਜਿਹੜੀ ਚੇਅਰ ਕਮਰੇ ਦੀ ਅਲਾਈਵ ਹੋ ਜਾਂਦੀ ਹੈ ਅਤੇ ਮਿਸਟਰ ਅਤੇ ਮਿਸਿਸ ਹੌਲ ਨੂੰ ਕਮਰੇ ਤੋਂ ਬਾਹਰ ਫੋਰਸ ਕਰਦੀ ਹੈ, ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਹੈ। ਸਡਨਲੀ ਗ੍ਰਿਫਿਨ ਅਪੀਅਰਸ ਫਰੋਮ ਨੋਵੇਅਰ, ਇੱਕਦਮ ਜਿਹੜਾ ਗ੍ਰਿਫਿਨ ਸਾਇੰਟਿਸਟ ਆ ਅਪੀਅਰ ਹੋ ਜਾਂਦਾ। ਵੈਨ ਮਿਸਟਰ ਐਂਡ ਮਿਸਿਸ ਹੌਲ ਇਨਕੁਆਇਰ ਅਬਾਊਟ ਦਾ ਥੈਫਟ ਗ੍ਰਿਫਿਨ ਗੈਟਸ ਐਂਗਰੀ, ਜਦੋਂ ਮਿਸਟਰ ਅਤੇ ਮਿਸਿਸ ਹੌਲ ਇਨਕੁਆਇਰੀ ਕਰਦੇ ਆ ਚੋਰੀ ਬਾਰੇ ਅਤੇ ਜਿਹੜਾ ਗ੍ਰਿਫਿਨ ਆ ਗੁੱਸੇ ਹੋ ਜਾਂਦਾ। He removes the bandages and falls nose, ਉਹ ਆਪਣੇ ਬੈਂਡੇਜਸ ਨੂੰ ਰਿਮੂਵ ਕਰਦਾ, ਆਪਣੀ ਜਿਹੜੀ ਨੋਜ਼ ਆ ਉਹਨੂੰ ਫੋਲ ਕਰ ਦਿੰਦਾ, ਸੁੱਟ ਦਿੰਦਾ। ਨਾਓ ਹੀ ਵਾਜ਼ ਹੈਡਲੈਸ, ਅਤੇ ਹੁਣ ਉਹ ਸਿਰ ਤੋਂ ਬਿਨਾਂ ਹੋ ਜਾਂਦਾ। ਦ ਕੌਂਸਟੇਬਲ ਇਜ਼ ਕਾਲਡ ਟੂ ਅਰੈਸਟ ਦ ਹੈਡਲੈਸ ਮੈਨ ਬਟ ਹੀ ਇਜ਼ ਵੌਂਡਡ ਬਾਈ ਦ ਇਨਵਿਜ਼ੀਬਲ ਸਾਇੰਟਿਸਟ, ਪਿੰਡ ਦੇ ਕੌਂਸਟੇਬਲ ਨੂੰ ਬੁਲਾਇਆ ਜਾਂਦਾ, ਪੁਲਿਸ ਵਾਲੇ ਨੂੰ ਬੁਲਾਇਆ ਜਾਂਦਾ ਤਾਂ ਕਿ ਉਹ ਹੈਡਲੈਸ ਮੈਨ ਨੂੰ ਅਰੈਸਟ ਕਰ ਸਕੇ, ਪਰ ਉਹ ਜਿਹੜਾ ਜ਼ਖਮੀ ਹੋ ਜਾਂਦਾ ਇਨਵਿਜ਼ੀਬਲ ਮੈਨ ਦੁਆਰਾ। Now understand the summary of this chapter. Griffin, an eccentric scientist, discovered a rare drug. Griffin ਇੱਕ ਜਿਹੜਾ ਸਟਰੇਂਜ ਸਾਇੰਟਿਸਟ ਸੀ, ਜਿਹੜਾ ਕਿ ਇੱਕ ਰੇਅਰ ਡਰੱਗ ਨੂੰ ਡਿਸਕਵਰ ਕਰਦਾ ਹੈ। ਦਿਸ ਕੁਡ ਮੇਕ ਅ ਨੇਕਡ ਮੈਨ ਇਨਵਿਜ਼ੀਬਲ, ਜਿਹੜੀ ਕਿ ਇੱਕ ਨੇਕਡ ਮੈਨ ਨੂੰ ਇਨਵਿਜ਼ੀਬਲ ਬਣਾ ਸਕਦੀ ਸੀ। ਹੀ ਵਾਜ਼ ਨੋਟ ਲਾਈਕਡ ਬਾਈ ਹਿਜ਼ ਲੈਂਡਲੋਡ, ਉਹ ਆਪਣੇ ਲੈਂਡਲੋਡ ਦੁਆਰਾ ਪਸੰਦ ਨਹੀਂ ਸੀ ਕੀਤਾ ਜਾਂਦਾ। ਹੀ ਡਿਸਾਈਡਡ ਟੂ ਟੇਕ ਅ ਰਿਵੈਂਜ ਔਨ ਹਿਮ, ਜਿਸ ਕਰਕੇ ਉਹ ਡਿਸਾਈਡ ਕਰਦਾ ਹੈ ਕਿ ਉਹ ਬਦਲਾ ਲਏਗਾ। ਵਨ ਡੇ ਹੀ ਸੈਂਟ ਹਿਜ਼ ਲੈਂਡਲੋਡਸ ਹਾਊਸ ਔਨ ਫਾਇਰ, ਇੱਕ ਦਿਨ ਉਹ ਆਪਣੇ ਮਕਾਨ ਮਾਲਕ ਦੇ ਘਰ ਨੂੰ ਅੱਗ ਲਗਾ ਦਿੰਦਾ। ਦੈਨ ਹੀ ਡਰੈਂਕ ਹਿਜ਼ ਰੇਅਰ ਡਰੱਗ ਐਂਡ ਪੁੱਟ ਆਫ ਹਿਜ਼ ਕਲੋਥਸ, ਫਿਰ ਉਹ ਜਿਹੜੀ ਰੇਅਰ ਡਰੱਗ ਹੈ ਉਸ ਨੂੰ ਪੀ ਲੈਂਦਾ ਅਤੇ ਆਪਣੇ ਕੱਪੜੇ ਜਿਹੜੇ ਉਤਾਰ ਦਿੰਦਾ। ਨਾਓ ਹੀ ਕੁਡ ਸੀ ਐਵਰੀ ਵਨ ਬਟ ਨਨ ਕੁਡ ਸੀ ਹਿਮ, ਹੁਣ ਉਹ ਹਰ ਇੱਕ ਨੂੰ ਦੇਖ ਸਕਦਾ ਸੀ ਪਰ ਉਸ ਨੂੰ ਕੋਈ ਨਹੀਂ ਸੀ ਦੇਖ ਸਕਦਾ। ਹੀ ਵਾਜ਼ ਸੇਫ ਫਰੋਮ ਬੀਂਗ ਕੋਟ, ਹੁਣ ਉਹ ਫੜਨ ਤੋਂ ਸੇਫ ਹੋ ਚੁੱਕਾ ਸੀਗਾ। ਬਟ ਹੀ ਵਾਜ਼ ਵਿਦਾਊਟ ਕਲੋਥਸ ਐਂਡ ਇਟ ਵਾਜ਼ ਵੈਰੀ ਕੋਲਡ, ਪਰ ਹੁਣ ਉਹ ਕੱਪੜਿਆਂ ਤੋਂ ਬਿਨਾਂ ਸੀ ਅਤੇ ਬਹੁਤ ਜ਼ਿਆਦਾ ਸਰਦੀ ਸੀ ਉੱਥੇ। ਹੀ ਪਾਸ ਦ ਨਾਈਟ ਇਨ ਅ ਲੰਡਨ ਸਟੋਰ, ਉਹ ਆਪਣੀ ਜਿਹੜੀ ਰਾਤ ਲੰਡਨ ਸਟੋਰ ਦੇ ਵਿੱਚ ਸਪੈਂਡ ਕਰਦਾ। ਹੀ ਸਟੋਲ ਗੁਡਸ ਐਂਡ ਮਨੀ ਫਰੋਮ ਦ ਸਟੋਰ, ਦੈਨ ਹੀ ਵੈਂਟ ਟੂ ਦ ਵਿਲੇਜ ਕਾਲਡ ਆਈਪਿੰਗ, ਹੁਣ ਉਹ ਕੁਝ ਸਮਾਨ ਅਤੇ ਪੈਸਾ ਚੋਰੀ ਕਰਦਾ ਸਟੋਰ ਤੋਂ, ਇੱਕ ਪਿੰਡ ਆਈਪਿੰਗ ਵਿੱਚ ਚਲਾ ਜਾਂਦਾ। ਹੀ ਸਟੇਡ ਐਟ ਐਨ ਇਨ, ਇੱਥੇ ਉਹ ਹੋਟਲ 'ਚ ਰੁਕਦਾ। ਹੀ ਸਟੋਲ ਮਨੀ ਫਰੋਮ ਦ ਕਲਰਜੀਮੈਨਸ ਡੈਸਕ, ਅ ਪੁਲਿਸਮੈਨ ਨੇਮਡ ਜੈਫਰਸ ਵਾਜ਼ ਕਾਲਡ, ਹੁਣ ਉੱਥੋਂ ਕਲਰਜੀਮੈਨ ਡੈਸਕ ਵਿੱਚੋਂ ਵੀ ਪੈਸੇ ਚੋਰੀ ਕਰਦਾ। ਕਲਰਜੀਮੈਨ ਜਿਹੜਾ ਉੱਥੋਂ ਦਾ ਹੋਟਲ ਦਾ ਮਾਲਿਕ ਸੀ ਅਤੇ ਉਸ ਦੇ ਡੈਸਕ ਵਿੱਚੋਂ ਪੈਸੇ ਚੋਰੀ ਕਰਦਾ, ਜਿਸ ਕਾਰਨ ਪੁਲਿਸਮੈਨ ਜਿਸ ਦਾ ਨਾਮ ਜੈਫਰਸ ਸੀਗਾ ਉਸ ਨੂੰ ਬੁਲਾਇਆ ਜਾਂਦਾ। ਅ ਸਟ੍ਰੇਂਜ ਫਾਈਟ ਟੁੱਕ ਪਲੇਸ, ਇੱਕ ਅਜੀਬ ਲੜਾਈ ਹੁੰਦੀ ਹੈ। ਗ੍ਰਿਫਿਨ ਟੁੱਕ ਆਫ ਹਿਜ਼ bandages, his glasses and his hat. Now he looked helpless. ਗ੍ਰਿਫਿਨ ਆਪਣੇ ਬੈਂਡੇਜਸ ਜਿਹੜੇ ਉਸਨੇ ਆਪਣੇ ਸਿਰ ਦੇ ਉੱਪਰ ਲਪੇਟੇ ਸੀਗੇ ਉਸ ਨੂੰ ਉਤਾਰ ਦਿੰਦਾ ਹੈ, ਆਪਣੀ ਗਲਾਸਿਸ ਵੀ ਉਤਾਰ ਦਿੰਦਾ। ਹਿਸ ਹੈਟ, ਆਪਣੇ ਹੈਟ ਨੂੰ ਵੀ। ਨਾਓ ਹੀ ਲੁਕਡ ਹੈਲਪਲੈਸ, ਹੁਣ ਹੈਲਪਲੈਸ ਨਜ਼ਰ ਆ ਰਿਹਾ ਸੀਗਾ। ਪੀਪਲ ਵਰ ਹੋਰੀਫਾਈਡ, ਲੋਕ ਡਰ ਜਾਂਦੇ ਨੇ। ਗ੍ਰਿਫਿਨ ਹਿੱਟ ਦਾ ਪੁਲਿਸਮੈਨ, ਗ੍ਰਿਫਿਨ ਪੁਲਿਸਮੈਨ ਨੂੰ ਹਿੱਟ ਕਰਦਾ। ਹੀ ਗੋਟ ਫਰੀ ਐਂਡ ਰੈਨ ਅਵੇ, ਉਹ ਆਜ਼ਾਦ ਹੋ ਜਾਂਦਾ ਤਾਂ ਦੂਰ ਚਲਾ ਜਾਂਦਾ। Story in brief is, two boys saw fresh footprints of an invisible man in the street of the London. ਦੋ ਬੁਆਏ ਸਟਾਰਟਿੰਗ ਦੇ ਚੈਪਟਰ ਦੇ ਵਿੱਚ ਇੱਕ ਫੁੱਟਪ੍ਰਿੰਟਸ, ਪੈਰਾਂ ਦੇ ਨਿਸ਼ਾਨ ਦੇਖਦੇ ਨੇ ਇੱਕ ਇਨਵਿਜ਼ੀਬਲ ਮੈਨ ਦੇ, ਜਿਹੜੇ ਕਿ ਸਟਰੀਟ ਆਫ ਲੰਡਨ ਦੇ ਵਿੱਚ ਹੁੰਦੇ ਨੇ। ਜੀ ਇਸ ਫੁੱਟਪ੍ਰਿੰਟਸ ਤੋਂ ਹੀ ਚੈਪਟਰ ਦਾ ਨਾਮ ਪਿਆ ਹੈ ਫੁੱਟਪ੍ਰਿੰਟਸ ਵਿਦਾਊਟ ਫੀਟ, ਪੈਰਾਂ ਦੇ ਨਿਸ਼ਾਨ ਵਿਦਾਊਟ ਫੀਟ, ਪੈਰ ਨਹੀਂ ਸੀ ਫਿਰ ਵੀ ਪੈਰਾਂ ਦੇ ਨਿਸ਼ਾਨ ਸੀਗੇ। ਥੀਸ ਫੁੱਟਪ੍ਰਿੰਟਸ ਵਰ ਆਫ ਦ ਲਾਅਲੈਸ ਸਾਇੰਟਿਸਟ ਨੇਮਡ ਗ੍ਰਿਫਿਨ, ਜਿਹੜੇ ਇਹ ਫੁੱਟਪ੍ਰਿੰਟ ਸੀਗੇ ਇੱਕ ਲਾਅਲੈਸ ਕਾਨੂੰਨ ਰਹਿਤ ਸਾਇੰਟਿਸਟ ਸੀਗਾ ਗ੍ਰਿਫਿਨ। ਅਨਡਿਸਿਪਲਿਨਡ ਸੀਗਾ, ਉਹ ਲਾਅਲੈਸ ਸੀਗਾ ਅਤੇ ਜਿਸ ਦਾ ਨਾਮ ਗ੍ਰਿਫਿਨ ਸੀ। ਹੀ ਡਿਸਕਵਰਡ ਅ ਰੇਅਰ ਡਰੱਗ, ਉਹ ਇੱਕ ਰੇਅਰ ਡਰੱਗ ਨੂੰ ਡਿਸਕਵਰ ਕਰਦਾ ਹੈ ਵਿਚ ਕੁਡ ਮੇਕ ਹਿਮ ਇਨਵਿਜ਼ੀਬਲ, ਜਿਹੜੀ ਕਿ ਉਸ ਨੂੰ ਇਨਵਿਜ਼ੀਬਲ ਬਣਾ ਸਕਦੀ ਸੀ। ਹਿਜ਼ ਲੈਂਡਲੋਡ ਡਿਸਲਾਈਕਡ ਹਿਮ, ਜਿਹੜੇ ਉਸ ਦੇ ਲੈਂਡਲੋਡ ਆ ਉਸ ਨੂੰ ਪਸੰਦ ਨਹੀਂ ਕਰਦੇ। ਐਂਡ ਟਰਾਈ ਟੂ ਰਿਜੈਕਟ ਹਿਮ, ਅਤੇ ਕੋਸ਼ਿਸ਼ ਕਰਦੇ ਆ ਉਸ ਨੂੰ ਰਿਮੂਵ ਕਰਨ ਦੀ। ਇਨ ਰਿਵੈਂਜ ਗ੍ਰਿਫਿਨ ਸੈਟ ਫਾਇਰ ਟੂ ਦਾ ਹਾਊਸ,
ਬਦਲਾ ਲੈਣ ਲਈ ਗ੍ਰਿਫਿਨ ਘਰ ਨੂੰ ਅੱਗ ਲਗਾ ਦਿੰਦਾ ਹੈ। ਹੀ ਸਵੈਲੋਡ ਦਾ ਡਰਗ ਐਂਡ ਰਿਮੂਵਡ ਹਿਸ ਕਲੋਥਸ ਟੂ ਬਿਕਮ ਇਨਵਿਜ਼ੀਬਲ। ਉਹ ਡਰਗ ਨੂੰ ਨਿਗਲ ਲੈਂਦਾ ਹੈ, ਆਪਣੇ ਕੱਪੜੇ ਉਤਾਰ ਦਿੰਦਾ ਹੈ ਅਤੇ ਇਨਵਿਜ਼ੀਬਲ ਹੋ ਜਾਂਦਾ ਹੈ। ਹੀ ਵਾਜ਼ ਹੋਮਲੈਸ ਵੌਂਡਰਰ ਅੰਟਿਲ ਹੀ ਹੈਪਨ ਟੂ ਸਟੈਪ ਇਨ ਓਨ ਦੀ ਮਰਡ। ਉਹ ਹੁਣ ਘਰ ਤੋਂ ਬਿਨਾਂ ਹੋਮਲੈਸ ਵੌਂਡਰਰ ਸੀਗਾ ਅੰਟਿਲ ਹੀ ਹੈਪਨ ਟੂ ਸਟੈਪ ਇਨ, ਜਿਸ ਤੱਕ ਉਹ ਮੱਡ ਦੇ ਉੱਪਰ ਨਹੀਂ ਜਾਂਦਾ ਤਾਂ ਉਹ ਨਜ਼ਰ ਨਹੀਂ ਆਉਂਦਾ ਸੀ। ਐਂਡ ਲੈਫਟ ਫੁੱਟਪ੍ਰਿੰਟਸ ਐਜ਼ ਹੀ ਵੋਕਡ, ਅਤੇ ਜਦੋਂ ਉਹ ਮੱਡ ਦੇ ਉੱਪਰ ਜਾਂਦਾ ਹੈ ਅਤੇ ਆਪਣੇ ਫੁੱਟਪ੍ਰਿੰਟਸ ਨੂੰ ਉੱਥੇ ਛੱਡ ਦਿੰਦਾ ਹੈ। ਹੀ ਐਸਕੇਪਡ ਈਜ਼ਲੀ ਥਰੂ ਇਨਫ ਫਰੋਮ ਦੀ ਬੋਇਸ ਹੂ ਫੋਲੋਡ ਦਾ ਫੁੱਟਪ੍ਰਿੰਟਸ। ਹੁਣ ਉਹ ਬੜੀ ਈਜ਼ਲੀ ਬੋਇਸ ਕੋਲੋਂ ਦੂਰ ਚਲਾ ਜਾਂਦਾ ਹੈ ਜਿਹੜੇ ਕਿ ਉਸਦੇ ਫੁੱਟਪ੍ਰਿੰਟਸ ਦਾ ਪਿੱਛਾ ਕਰ ਰਹੇ ਸੀਗੇ। ਹੀ ਵੌਂਡਰਡ ਇਨ ਦ ਸਟਰੀਟਸ ਆਫ ਲੰਡਨ। ਹੀ ਫੇਸਡ ਕੋਲਡ ਵੈਦਰ ਐਂਡ ਫੈਲਟ ਨੀਡ ਆਫ ਕਲੋਥਸ ਐਂਡ ਫੂਡ। ਹੁਣ ਉਹ ਲੰਡਨ ਦੀਆਂ ਸਟਰੀਟਸ ਦੇ ਵਿੱਚ ਘੁੰਮਦਾ ਹੈ ਜਿੱਥੇ ਉਹ ਕੋਲਡ ਵੈਦਰ, ਸਰਦੀ ਦੇ ਮੌਸਮ ਨੂੰ ਫੇਸ ਕਰਦਾ ਹੈ ਅਤੇ ਕੱਪੜਿਆਂ ਅਤੇ ਭੋਜਨ ਦੀ ਜ਼ਰੂਰਤ ਨੂੰ ਮਹਿਸੂਸ ਕਰਦਾ ਹੈ। ਹੀ ਸਲਿਪਡ ਇਨਸਾਈਡ ਅ ਬਿਗ ਲੰਡਨ ਸਟੋਰ ਫॉर ਵਾਰਮਥ। ਹੁਣ ਉਹ ਲੰਡਨ ਦੇ ਇੱਕ ਵੱਡੇ ਸਟੋਰ ਦੇ ਵਿੱਚ ਜਾਂਦਾ ਹੈ ਗਰਮੀ ਦੇ ਲਈ। ਹੀ ਫਿਟਡ ਹਿਮਸੈਲਫ ਆਊਟ ਵਿਦ ਵਾਰਮ ਕਲੋਥਸ। ਹੁਣ ਉਹ ਗਰਮ ਕੱਪੜੇ ਪਹਿਨ ਲੈਂਦਾ ਉੱਥੇ। ਸੂਨ ਵਿਦ ਸ਼ੂਜ਼ ਐਂਡ ਓਵਰਕੋਟ ਐਂਡ ਅ ਵਾਈਡ ਬ੍ਰਿਮਡ ਹੈਟ ਹੀ ਬਿਕੇਮ ਅ ਫੁੱਲੀ ਡਰੈਸਡ ਐਂਡ ਵਿਜ਼ੀਬਲ ਪਰਸਨ। ਹੁਣ ਉਹ ਉੱਥੇ ਇੱਕ ਓਵਰਕੋਟ ਪਹਿਨਦਾ ਹੈ, ਇੱਕ ਹੈਟ, ਜਿਸ ਦੇ ਕਾਰਨ ਉਹ ਫੁੱਲੀ ਡਰੈਸਡ ਹੋ ਜਾਂਦਾ ਹੈ ਅਤੇ ਵਿਜ਼ੀਬਲ ਪਰਸਨ ਹੋ ਜਾਂਦਾ ਹੈ। ਇਨ ਦੀ ਕਿਚਨ ਆਫ ਦਾ ਰੈਸਟੋਰੈਂਟ ਹੀ ਇੰਜੋਇਡ ਦ ਮੀਲ। ਹੁਣ ਕਿਚਨ ਦੇ ਵਿੱਚ ਰੈਸਟੋਰੈਂਟ 'ਚ ਉਹ ਭੋਜਨ ਨੂੰ ਇੰਜੋਏ ਕਰਦਾ ਹੈ। ਹੀ ਫੈਲ ਅਸਲੀਪ ਔਨ ਦਾ ਪਾਈਲ ਆਫ ਕੁਇਲਟਸ। ਅਤੇ ਹੁਣ ਉਹ ਰਜਾਈਆਂ ਦੇ ਉੱਪਰ ਸੋ ਜਾਂਦਾ ਹੈ। ਹੀ ਵੋਕ ਅਪ ਲੇਟ ਇਨ ਦੀ ਮੋਰਨਿੰਗ ਦੇ ਵਿੱਚ ਉਹ ਲੇਟ ਉੱਠਦਾ ਹੈ। ਦ ਸਟੋਰ ਅਟੈਂਡੈਂਟਸ ਗੇਵ him a chase, but he made himself free by removing his clothes. ਸਟੋਰ ਅਟੈਂਡੈਂਟਸ ਜਿਹੜੇ ਕਿ ਉੱਥੋਂ ਦੀ ਕੇਅਰ ਕਰ ਰਹੇ ਹੁੰਦੇ ਨੇ ਉਹਨੂੰ ਪਕੜਨ ਦੀ ਕੋਸ਼ਿਸ਼ ਕਰਦੇ, ਪਰ ਉਹ ਬੜੀ ਆਸਾਨੀ ਨਾਲ ਆਪਣੇ ਆਪ ਨੂੰ ਉਹਨਾਂ ਕੋਲੋਂ ਬਚਾ ਲੈਂਦਾ ਹੈ। ਦੈਨ ਹੀ ਐਂਟਰਡ ਅ ਥੈਟਰੀਕਲ ਕੰਪਨੀ ਵੇਅਰ ਹੀ ਡਰੈਸਡ ਅਪ ਅਗੇਨ ਐਂਡ ਲੂਟਡ ਅਪ ਸਮ ਮਨੀ ਫਰੋਮ ਦ ਸ਼ੋਪਕੀਪਰ। ਹੁਣ ਉਹ ਇੱਕ ਥੈਟਰੀਕਲ ਕੰਪਨੀ ਵਿੱਚ ਜਾਂਦਾ ਹੈ ਜਿੱਥੇ ਉਹ ਕੱਪੜੇ ਪਹਿਨਦਾ ਦੁਬਾਰਾ ਅਤੇ ਕੁਝ ਪੈਸੇ ਚੋਰੀ ਕਰਦਾ ਹੈ। He wanted to live freely without any disturbance, so he caught a train to Iping village and hired a room at the inn. ਹੁਣ ਵਿਦਾਊਟ ਐਨੀ ਡਿਸਟਰਬੈਂਸ ਉਹ ਰਹਿਣਾ ਚਾਹੁੰਦਾ ਹੈ ਅਤੇ ਇਸ ਕਰਕੇ ਇੱਕ ਟ੍ਰੇਨ ਪਕੜ ਕੇ ਉਹ ਆਈਪਿੰਗ ਵਿਲੇਜ ਜਾਂਦਾ ਹੈ, ਇੱਕ ਰੂਮ ਉੱਥੇ ਹਾਇਰ ਕਰਦਾ ਹੈ ਹੋਟਲ 'ਚ। ਇਨ ਇਜ਼ ਅ ਕਾਈਂਡ ਆਫ ਹੋਟਲ। ਦ ਮਨੀ ਆਫ ਦ ਲੂਟ ਡਿਡਨਟ ਲਾਸਟ ਲੌਂਗ ਐਂਡ ਹੀ ਅਗੇਨ ਹੈਡ ਟੂ ਰੋਬ ਅ ਕਲਰਜੀ ਮੈਨ ਆਫ ਹਿਜ਼ ਮਨੀ। ਜਿਹੜਾ ਪੈਸਾ ਉਸਨੇ ਚੋਰੀ ਕੀਤਾ ਸੀ ਜ਼ਿਆਦਾ ਦੇਰ ਤੱਕ ਉਸ ਕੋਲ ਨਹੀਂ ਰੁਕਦਾ। ਹੁਣ ਦੁਬਾਰਾ ਉਹ ਕਲਰਜੀ ਮੈਨ ਨੂੰ ਲੁੱਟਦਾ ਹੈ, ਉਸ ਦੀ ਚੋਰੀ ਕਰਦਾ ਹੈ ਪੈਸਾ। ਆਫਟਰ ਸਮ ਟਾਈਮ ਮਿਸਟਰ ਐਂਡ ਮਿਸਿਜ਼ ਹਾਲ ਵਿਜ਼ਿਟਡ ਦਾ ਰੂਮ ਵੈਨ ਦੇ ਫਾਊਂਡ ਅ ਡੋਰ ਆਫ ਦਾ ਰੂਮ ਓਪਨਡ। ਕੁਝ ਟਾਈਮ ਬਾਅਦ ਜਿਹੜੇ ਮਿਸਟਰ ਐਂਡ ਮਿਸਿਜ਼ ਹਾਲ ਜਿਹੜੇ ਕਿ ਉਸ ਇਨ ਦੇ ਮਾਲਕ ਸੀਗੇ ਉਸ ਦਾ ਰੂਮ ਵਿਜ਼ਿਟ ਕਰਦੇ ਨੇ ਅਤੇ ਦੇਖਦੇ ਨੇ ਕਿ ਜਿਹੜਾ ਡੋਰ ਹੈ ਉਸਦੇ ਰੂਮ ਦਾ ਓਪਨਡ ਹੈ। ਦੇ ਫਾਊਂਡ ਨੋ ਬਡੀ ਇਨਸਾਈਡ ਬਟ ਦਾ ਚੇਅਰ ਐਂਡ ਅਦਰ ਥਿੰਗਸ ਦਾ ਰੂਮ ਬਿਕਮ ਅਲਾਈਵ। ਉਹ ਦੇਖਦੇ ਸੀ ਕਿ ਉੱਥੇ ਕੋਈ ਵੀ ਨਹੀਂ ਸੀ, ਪਰ ਫਿਰ ਵੀ ਜਿਹੜੇ ਉੱਥੋਂ ਦੇ ਰੂਮ ਹੈ ਥਿੰਗਸ ਆ ਉਹਨਾਂ 'ਚ ਜਾਨ ਸੀਗੀਆਂ, ਮੂਵ ਕਰ ਰਹੀਆਂ ਸੀਗੀਆਂ ਉਹ ਚੇਅਰਸ ਵਗੈਰਾ। ਦ ਹੈਟ ਲਾਈਂਗ ਔਨ ਦਾ ਬੈੱਡ ਪੋਸਟ ਲੈਫਟ ਅਪ ਐਂਡ ਡੈਸ਼ ਇਟ ਸੈਲਫ ਇਨਟੂ ਦਾ ਫੇਸ ਆਫ ਦਾ ਲੈਂਡ ਲੇਡੀ। ਜਿਹੜੀ ਹੈਟ ਆ ਲਾਈ ਕਰ ਰਹੀ ਸੀ ਬੈੱਡ ਪੋਸਟ ਦੇ ਉੱਪਰ, ਇੱਕਦਮ ਉੱਪਰ ਉੱਠਦੀ ਹੈ ਅਤੇ ਲੈਂਡ ਲੇਡੀ ਦੇ ਹਿੱਟ ਕਰਦੀ ਹੈ। ਦੈਨ ਦ ਬੈੱਡਰੂਮ ਚੇਅਰ ਬਿਕੇਮ ਅਲਾਈਵ ਐਂਡ ਇਟ ਪੁਸ਼ ਦਾ ਇਨ ਕੀਪਰ ਐਂਡ ਹਿਜ਼ ਵਾਈਫ ਆਊਟ ਆਫ ਦਾ ਰੂਮ। ਹੁਣ ਬੈੱਡਰੂਮ ਦੀ ਜਿਹੜੀ ਚੇਅਰ ਹੈ ਇੱਕਦਮ ਅਲਾਈਵ ਹੋ ਜਾਂਦੀ ਹੈ ਅਤੇ ਪੁਸ਼ ਕਰਦੀ ਹੈ ਹਾਊਸਕੀਪਰ ਅਤੇ ਉਸਦੀ ਵਾਈਫ ਨੂੰ ਰੂਮ ਤੋਂ ਬਾਹਰ। ਮਿਸਿਜ਼ ਹਾਲ ਆਲਮੋਸਟ ਫੈਲ ਡਾਊਨ ਦ ਸਟੇਅਰਸ ਇਨ ਹਿਸਟੈਰਿਕ। ਸ਼ੀ ਥੋਟ ਡੈਟ ਇਟ ਵਾਜ਼ ਅ ਮੈਟਰ ਆਫ ਵਿਚਕ੍ਰਾਫਟ। ਮਿਸਿਜ਼ ਹਾਲ ਜਿਹੜੀ ਹੈ ਡਿੱਗ ਜਾਂਦੀ ਹੈ ਸਟੇਅਰਸ ਦੇ ਉੱਪਰ ਪਰੇਸ਼ਾਨ ਹੋ ਕੇ, ਅਤੇ ਉਹ ਸੋਚਦੀ ਹੈ ਇੱਥੇ ਕਿਸੇ ਜਾਦੂਗਰਨੀ ਦਾ ਵਾਸ ਆ। ਸ਼ੀ ਵਾਜ਼ ਕਨਵਿੰਸਡ ਡੈਟ the room was haunted by spirits and the stranger had somehow caused these to enter into the furniture. ਹੁਣ ਉਹ ਯਕੀਨ ਕਰਦੀ ਹੈ ਕਿ ਇੱਥੇ ਆਤਮਾਵਾਂ ਦਾ ਵਾਸਾ ਹੈ ਜਿਹੜਾ ਕਿ ਸਟਰੇਂਜਰ ਦੁਆਰਾ ਉਸਦੇ ਫਰਨੀਚਰ ਦੇ ਵਿੱਚ ਐਂਟਰ ਹੋ ਗਈਆਂ ਨੇ। ਬਾਈ ਦਾ ਟਾਈਮ ਦਾ ਨਿਊਜ਼ ਆਫ ਦਾ ਰੋਬਰੀ ਸਪਰੈਡ ਐਂਡ ਐਵਰੀਬਡੀ ਸਸਪੈਕਟਡ ਦਾ ਸਾਇੰਟਿਸਟ। ਹੁਣ ਜਿਹੜੀ ਇਹ ਨਿਊਜ਼ ਸੀਗੀ ਰੋਬਰੀ ਦੀ ਸਪਰੈਡ ਹੋ ਜਾਂਦੀ ਹੈ, ਚੋਰੀ ਦੀ। ਹੁਣ ਹਰ ਕੋਈ ਜਿਹੜਾ ਵਾ ਸਾਇੰਟਿਸਟ ਦੇ ਉੱਪਰ ਸ਼ੱਕ ਕਰਦਾ ਹੈ। ਦ ਸਸਪੀਸ਼ਨ ਗ੍ਰਿਊ ਸਟਰੋਂਗਰ ਵੈਨ ਹੀ ਪ੍ਰੋਡਿਊਸ ਦ ਰੈਡੀ ਕੈਸ਼ ਵੇਅਰ ਐਜ਼ ਹੀ ਹੈਡ ਐਕਸੈਪਟਡ ਸਮ ਟਾਈਮ ਬਿਫੋਰ ਡੈਟ ਹੀ ਹੈਡ ਅ ਮਨੀ। ਹੁਣ ਜਿਹੜਾ ਉਹ ਸ਼ੱਕ ਹੋਰ ਵੀ ਜ਼ਿਆਦਾ ਸਖਤ ਹੋ ਜਾਂਦਾ ਹੈ ਉਸ ਉੱਪਰ।
ਜਦੋਂ ਉਹ ਇੱਕਦਮ ਜਿਹੜਾ ਕੈਸ਼ ਆ ਪੇ ਕਰਦਾ ਲੈਂਡ ਲੋਡ ਨੂੰ, ਜਦ ਕਿ ਉਸਨੇ ਪਹਿਲਾਂ ਕੁਝ ਸਮਾਂ ਲਿਆ ਸੀਗਾ ਕਿ ਮੇਰੇ ਕੋਲ ਪੈਸੇ ਨਹੀਂ ਹਨ ਅਤੇ ਮੈਂ ਕੁਝ ਸਮੇਂ ਬਾਅਦ ਪੈਸੇ ਪੇ ਕਰਾਂਗਾ। ਹੁਣ ਇੱਕਦਮ ਉਹ ਜਿਹੜਾ ਕੈਸ਼ ਆ ਦੇ ਰਿਹਾ ਸੀਗਾ। ਦ ਵਿਲੇਜ ਕੌਂਸਟੇਬਲ ਵਾਜ਼ ਸੈਂਟ ਫੋਰ, ਵਿਲੇਜ ਕੌਂਸਟੇਬਲ ਨੂੰ ਬੁਲਾਇਆ ਜਾਂਦਾ। ਇੰਸਟੈਡ ਆਫ ਵੇਟਿੰਗ ਫੋਰ ਦ ਕੌਂਸਟੇਬਲ, ਮਿਸਿਸ ਹੌਲ ਵੈਂਟ ਟੂ ਦ ਸਾਇੰਟਿਸਟ ਐਂਡ ਆਸਕਡ ਹਾਊ ਹੀ ਕੇਮ ਆਊਟ ਆਫ ਦ ਐਮਪਟੀ ਰੂਮ ਐਂਡ ਹਾਊ ਹੀ ਐਂਟਰਡ ਅ ਲੋਕਡ ਰੂਮ। ਵਿਲੇਜ ਕੌਂਸਟੇਬਲ ਨੂੰ ਬੁਲਾਇਆ ਜਾਂਦਾ। ਉਸ ਦੀ ਵੇਟ ਕਰਨ ਤੋਂ ਪਹਿਲਾਂ ਹੀ ਮਿਸਿਸ ਹੌਲ ਕੁਐਸਚਨ ਕਰਦੀ ਹੈ ਸਾਇੰਟਿਸਟ ਨੂੰ ਕਿ ਉਹ ਕਿਵੇਂ ਰੂਮ ਤੋਂ ਬਾਹਰ ਆਇਆ, ਖਾਲੀ ਰੂਮ ਤੋਂ, ਅਤੇ ਕਿਵੇਂ ਅੰਦਰ ਗਿਆ ਜਦ ਕਿ ਜਿਹੜਾ ਰੂਮ ਆ ਉਹ ਲੋਕਡ ਸੀਗਾ। ਦ ਐਸੈਂਟਰਿਕ ਸਾਇੰਟਿਸਟ ਲੋਸਟ ਹਿਸ ਟੈਂਪਰ ਵੈਨ ਹੀ ਫੇਸ ਕੁਐਸਚਨਸ ਫਰੋਮ ਮਿਸਿਸ ਹੌਲ। ਹੁਣ ਜਿਹੜਾ ਸਟ੍ਰੇਨ ਸਾਇੰਟਿਸਟ ਸੀਗਾ ਆਪਣਾ ਜਿਹੜਾ ਕੰਟਰੋਲ ਖੋਹ ਲੈਂਦਾ ਜਦੋਂ ਕੁਐਸਚਨ ਸੁਣਦਾ ਮਿਸਿਸ ਹੌਲ ਦੇ। He threw off the bandages, spectacles and false nose. This made his head invisible. ਹੁਣ ਉਹ ਆਪਣੇ bandages ਨੂੰ, spectacles ਨੂੰ ਰਿਮੂਵ ਕਰ ਦਿੰਦਾ ਹੈ ਅਤੇ ਹੁਣ ਉਹ ਆਪਣਾ ਹੈਡ ਉਸਦਾ ਇਨਵਿਜ਼ੀਬਲ ਹੋ ਜਾਂਦਾ ਹੈ। ਵੈਨ ਦ ਕੌਂਸਟੇਬਲ ਮਿਸਟਰ ਜੈਫਰਸ ਰੀਚ ਦੇਅਰ, ਹੀ ਸੋ ਡੈਟ ਹੀ ਹੈਡ ਟੂ ਅਰੈਸਟ ਦ ਹੈਡਲੈਸ ਮੈਨ। ਜਦੋਂ ਕੌਂਸਟੇਬਲ ਨੂੰ ਬੁਲਾਇਆ ਜਾਂਦਾ ਮਿਸਟਰ ਜੈਫਰਸ ਨੂੰ, ਉੱਥੇ ਪਹੁੰਚਦਾ ਹੈ ਅਤੇ ਦੇਖਦਾ ਹੈ ਕਿ ਉਸ ਨੂੰ ਇੱਕ ਹੈਡਲੈਸ ਮੈਨ ਨੂੰ ਗ੍ਰਿਫਤਾਰ ਕਰਨਾ ਹੈ। He tried to get hold of him, but Griffin outsmarted him by throwing away his clothes again. ਕੌਂਸਟੇਬਲ ਉਸ ਨੂੰ ਪਕੜਨ ਦੀ ਕੋਸ਼ਿਸ਼ ਕਰਦਾ ਹੈ, ਪਰ ਗ੍ਰਿਫਨ ਬੜੀ ਚਲਾਕੀ ਦੇ ਨਾਲ ਬਚ ਜਾਂਦਾ ਉਸ ਕੋਲੋਂ। He became invisible and knocked down the constable out of their senses. ਸਾਇੰਟਿਸਟ ਜਿਹੜੇ ਗ੍ਰਿਫਿਨ ਜਿਹੜਾ ਇਨਵਿਜ਼ੀਬਲ ਹੋ ਜਾਂਦਾ ਹੈ ਅਤੇ ਕੌਂਸਟੇਬਲ ਨੂੰ ਹਿੱਟ ਕਰਦਾ ਹੈ, ਜਿਸ ਕਾਰਨ ਉਹ ਬੇਹੋਸ਼ ਹੋ ਜਾਂਦਾ ਹੈ। The people who tried to help the constable received the blows nowhere. ਉਹ ਲੋਕ ਜਿਹੜੇ ਕੌਂਸਟੇਬਲ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਨੂੰ ਵੀ ਉਹ ਹਿੱਟ ਕਰਦਾ ਜਿਹੜਾ ਉਸ ਨੂੰ ਨਜ਼ਰ ਨਹੀਂ ਆਉਂਦਾ। Thus he again escaped from the scene unnoticed. ਹੁਣ ਇਸ ਤਰ੍ਹਾਂ ਦੁਬਾਰਾ ਉਹ ਜਿਹੜੇ ਉਸ ਜਗ੍ਹਾ ਤੋਂ ਦੂਰ ਚਲਾ ਜਾਂਦਾ ਹੈ ਕਿਸੇ ਨੂੰ ਪਤਾ ਲੱਗਣ ਤੋਂ ਬਿਨਾਂ। So students, it was all about your chapter Footprints Without Feet. If you have any kind of doubt regarding a chapter, you can ask me in your respective groups. Thank you.